ਸਤਿ ਸ੍ਰੀ ਅਕਾਲ। ਆਓ ਅੱਜ ਆਪਾਂ ਹਾਰਟ ਡਿਜ਼ੀਜ਼ ਦੇ ਉੱਤੇ ਹੀ ਨया ਪ੍ਰਕਾਸ਼ ਡਾਲੀਏ। ਔਰ ਦੂਸਰੀ ਗੱਲ ਇਹ ਹੈ ਕਿ ਪੰਜਾਬ ਦੀ ਧਰਤੀ ਭਾਰਤ ਵਰਸ਼ ਦੇ ਅੰਦਰ ਨੰਬਰ 1 ਹੈ। ਪੰਜਾਬ ਨੂੰ ਸ਼ੇਰ ਕਿਹਾ ਜਾਂਦਾ ਹੈ, ਪਰ ਅੱਜ ਸਾਡੀ ਜਵਾਨੀ ਜਿਹੜੀ ਹੈ ਪੰਜਾਬ ਦੀ, ਉਹ ਕੁਝ ਨਸ਼ਿਆਂ ਨੇ ਨੀਚੇ ਕਰ ਦਿੱਤੀ। ਜੀਵਨ ਜਾ ਰਿਹਾ ਹੈ। ਇਹ ਕੀ ਕਾਰਨ ਹੈ ਕਿ 20 ਸਾਲਾਂ ਤੋਂ ਲੈ ਕੇ 40 ਸਾਲ ਦੇ ਅੰਦਰ ਹਾਰਟ ਡਿਜ਼ੀਜ਼ ਦੇ ਮਰੀਜ਼ਾਂ ਦੀ ਗਿਣਤੀ ਵਧੀ, ਜਦੋਂ ਕਿ ਇਹ ਬਿਮਾਰੀ ਬੁਢਾਪੇ ਦੇ ਵਿੱਚ ਆ ਸਕਦੀ ਸੀ, ਪਰ ਅੱਜ ਜਵਾਨੀ ਵਿੱਚ ਆਉਣ ਲੱਗੀ। ਉਸ ਦਾ ਕੋਈ ਕਾਰਨ ਲੱਭਿਆ? ਕਾਰਨ ਤਾਂ ਉਸ ਦਾ ਮਿਲ ਗਿਆ ਕਿ ਇਹ ਦੇਖਿਆ ਗਿਆ ਕਿ 80% ਲੋਕਾਂ ਦੇ ਵਿੱਚ, ਮੈਂ ਇਸ ਤੋਂ ਪਹਿਲਾਂ ਦੱਸ ਚੁੱਕਿਆ ਹਾਂ ਕਿ 6 ਰਿਸਕ ਫੈਕਟਰ ਹਨ ਹਾਰਟ ਅਟੈਕ ਦੇ, ਜਿਹਦੇ ਵਿੱਚ ਤੰਬਾਕੂ ਵੀ ਹੈ ਔਰ ਚਰਬੀ ਵੀ ਹੈ, ਅਧਿਕ ਫੈਟ ਦਾ ਲੈ ਲੈਣਾ, ਮੋਟਾਪਾ ਵੀ ਹੈ, ਡਾਇਬਟੀਜ਼ ਵੀ ਹੈ। ਇਹ 6 ਫੈਕਟਰ ਉਹਨਾਂ ਬੰਦਿਆਂ ਵਿੱਚ ਸੀ, ਪਰ ਉਹਨਾਂ ਨੂੰ ਅਟੈਕ ਨਹੀਂ ਆਇਆ। ਮਤਲਬ ਕਹਿਣ ਦਾ ਇਹ ਹੋਇਆ ਕਿ ਇਹ 6 ਫੈਕਟਰ ਵੀ ਜ਼ਿੰਮੇਵਾਰ ਨਹੀਂ ਹਨ। ਉਹ ਸਿਰਫ 10% ਕੇਸਾਂ ਨੂੰ ਅਟੈਕ ਆਇਆ। ਔਰ ਦੂਸਰਾ ਦੇਖਿਆ ਗਿਆ 60% ਉਹ ਲੋਕ ਸਨ ਜਿਨ੍ਹਾਂ ਦੇ ਵਿੱਚ ਇਹ ਰਿਸਕ ਫੈਕਟਰ ਮੌਜੂਦ ਸਨ, ਪਰ ਉਹਨਾਂ ਦੇ ਵਿੱਚੋਂ ਕਿਸੇ ਨੂੰ ਕੋਈ ਅਟੈਕ ਨਹੀਂ ਆਇਆ। ਤਾਂ ਹੁਣ ਤੁਸੀਂ ਸੋਚੋਗੇ ਫਿਰ ਅਟੈਕ ਕਿਉਂ ਆਇਆ, ਜਦੋਂ ਕਿ ਉਹਨਾਂ ਨੇ ਪਰਹੇਜ਼ ਵੀ ਕੀਤਾ, ਖਾਣੇ ਦਾ ਵੀ ਪਰਹੇਜ਼ ਕੀਤਾ ਔਰ ਉਸਨੇ ਮੋਟਾਪਾ ਵੀ ਕਮ ਕੀਤਾ, ਔਰ ਇਹ 6 ਫੈਕਟਰ ਦੇ ਉੱਤੇ ਉਹਨਾਂ ਨੇ ਆਪਣਾ ਵਿਸ਼ੇਸ਼ ਧਿਆਨ ਵੀ ਦਿੱਤਾ। ਪਰ ਹੁਣ ਇੱਕ ਗੱਲ ਕਰਦੇ ਆਂਗੇ ਕਿ ਉਹਨਾਂ ਦਾ ਕਾਰਨ ਇੱਕ ਹੋਰ ਬਣਿਆ। ਉਹ ਇਹ ਬਣਿਆ ਕਿ ਨੰਬਰ 1 ਨੈਗੇਟਿਵ ਲਾਈਫ ਸਟਾਈਲ। ਔਰ ਲਾਈਫ ਸਟਾਈਲ ਦੇ ਵਿੱਚ ਇੱਕ ਚੀਜ਼ ਨਹੀਂ ਆਉਂਦੀ ਭਰਾਵੋ, ਇੱਕ ਲਾਈਫ ਸਟਾਈਲ ਦੇ ਵਿੱਚ ਸਾਡਾ ਵਿਵਹਾਰ ਵੀ ਆਉਂਦਾ ਹੈ। ਅੱਜ ਅਸੀਂ ਦੇਖਦੇ ਹਾਂ ਆਚਰਣ, ਵਿਹਾਰ, ਵਿਆਮ ਤੇ ਇਹ ਜਿਹੜੀਆਂ ਚੀਜ਼ਾਂ ਆਹਾਰ, ਇਹ 4 ਗੱਲਾਂ ਦੇ ਉੱਤੇ ਕਈ ਵਾਰ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਕਿ ਇਹ 4 ਗੱਲਾਂ ਦੇ ਉੱਤੇ ਅਸੀਂ ਅਟੈਂਸ਼ਨ ਦੇਣੀ। ਜਦੋਂ ਅਸੀਂ ਕਿਸੇ ਦੇ ਨਾਲ ਵਿਵਹਾਰ ਕਰਦੇ ਹਾਂ ਤਾਂ ਖੁਸ਼ੀ ਨਾਲ ਕਰੀਏ, ਪਿਆਰ ਨਾਲ ਕਰੀਏ, ਕਿਉਂਕਿ ਆਪਾਂ ਕਹਿ ਦਿੰਦੇ ਹਾਂ ਹਾਰਟ ਇਜ਼ ਲਵ ਐਂਡ ਲਵ ਇਜ਼ ਹਾਰਟ। ਇਹ ਜਿਹੜੀ ਗੱਲ ਹੈ ਇਹ ਬਿਲਕੁਲ ਠੀਕ ਹੈ, ਕਿਉਂਕਿ ਦਾ ਰੀਅਲ ਲਵ, ਨਿਸ਼ਕਾਮ ਲਵ, ਰੂਹਾਨੀ ਲਵ, ਉਹ ਪਿਆਰ ਜੋ ਈਸ਼ਵਰ ਪਿਤਾ ਸਾਨੂੰ ਦੇ ਰਿਹਾ ਹੈ, ਅਗਰ ਉਹ ਪਿਆਰ ਅਸੀਂ ਕਿਸੇ ਨੂੰ ਦਿੰਦੇ ਹਾਂ, ਕਿ ਜਿਹੜਾ ਪਿਆਰ ਹੈ, ਲਵ ਹੈ, ਇਟ ਫਲੋਜ਼ ਥਰੂ ਦਾ ਹਾਰਟ ਇਨਟੂ ਦਾ ਬੋਡੀ, ਕਿ ਇਹ ਸਾਡੇ ਦਿਲ 'ਤੇ ਅਸਰ ਕਰਦਾ ਹੈ। ਜਦੋਂ ਤੁਸੀਂ ਪਿਆਰ ਨਾਲ ਗੱਲ ਕਰਦੇ ਹੋ, ਆਪਾਂ ਕਿਸੇ ਨਾਲ ਪਿਆਰ ਨਾਲ ਮਿਲਦੇ ਹਾਂ, ਤਾਂ ਕਹਿਣ ਦਾ ਮਤਲਬ ਉਹਦੇ ਵਿੱਚ ਸਵਾਰਥ ਨਾ ਹੋਵੇ ਔਰ ਉਹਦੇ ਵਿੱਚ ਕੋਈ ਕਿਸੇ ਕਿਸਮ ਦਾ ਵਿਕਾਰ ਨਾ ਹੋ। ਜਦੋਂ ਸਾਡੇ ਵਿੱਚ ਵਿਕਾਰ ਆ ਜਾਂਦਾ ਹੈ ਤਾਂ ਅਸੀਂ ਕੀ ਕਰਦੇ ਹਾਂ, ਆਪਣੀ ਚੇਤਨਾ ਨੂੰ ਭੁੱਲ ਜਾਂਦੇ ਹਾਂ ਕਿ ਮੈਂ ਇਸ ਸਰੀਰ ਦੇ ਵਿੱਚ ਇੱਕ ਜਗਦੀ ਜੋਤ, ਮੈਂ ਲਾਈਫ ਹਾਂ। ਆਪਾਂ ਕਹਿੰਦੇ ਹਿਊਮਨ ਬੀਇੰਗ ਨੂੰ ਦੂਜੇ ਸ਼ਬਦਾਂ ਦੇ ਵਿੱਚ ਲਾਈਫ ਕਿਹਾ ਗਿਆ। ਜੇ ਸਾਡੀ ਲਾਈਫ, ਅਸੀਂ ਲਾਈਫ ਕੌਨਸ਼ੀਅਸ ਬਣ ਜਾਈਏ ਔਰ ਬਾਡੀ ਕੌਨਸ਼ੀਅਸ ਨੂੰ ਭੁੱਲ ਜਾਈਏ, ਕਿਉਂਕਿ ਬਾਡੀ ਤਾਂ ਇਸ ਤਰ੍ਹਾਂ ਹੀ ਹੈ ਜਿਵੇਂ ਇੱਕ ਡਾਕਟਰ ਦੇ ਕੋਲੇ ਪਿਆ ਹੋਇਆ ਸਟੈਥੋਸਕੋਪ ਹੈ ਜਾਂ ਉਹਦੇ ਕੋਲੇ BP ਆਪਰੇਟਸ ਹੈ। ਇਹ ਬਾਡੀ ਵੀ ਸਾਡੀ ਹੱਥ ਕਰਮ ਕਰਨ ਨੂੰ ਹੈ, ਪੈਰ ਚੱਲਣ ਨੂੰ ਹੈ, ਕੰਨ ਅੱਛੀਆਂ ਗੱਲਾਂ ਸੁਣਨ ਵਾਸਤੇ ਹੈ। ਜੇ ਅਸੀਂ ਨੈਗੇਟਿਵ ਗੱਲਾਂ ਨੂੰ ਵੀ ਸੁਣਦੇ ਹਾਂ ਤਾਂ ਸਾਨੂੰ ਗੁੱਸੇ ਦਾ ਵੇਗ ਆ ਜਾਂਦਾ ਹੈ।
ਦੂਸਰੀ ਗੱਲ ਹੈਗੀਆਂ ਜਿਹੜੀਆਂ ਅੱਖਾਂ ਹੈ, ਉਹ ਅੱਖਾਂ ਸਾਡੀਆਂ ਕ੍ਰਿਮੀਨਲ ਨਾ ਹੋਣ, ਉਹ ਸਾਡੀਆਂ ਅੱਖਾਂ ਦੇ ਵਿੱਚ ਦੋਸ਼ ਨਾ ਹੋਵੇ, ਸਾਡੀ ਬਿਰਤੀ ਸਾਰੀ ਉੱਚੀ ਹੋਵੇ, ਅਸੀਂ ਹਰੇਕ ਨੂੰ ਆਪਣੀ ਭੈਣ ਜਾਂ ਬੇਟੀ ਦੇ ਰੂਪ ਦੇ ਵਿੱਚ ਦੇਖ ਸਕੀਏ। ਤਾਂ ਇਹ ਚੀਜ਼ਾਂ ਹਾਰਟ ਦੇ ਉੱਤੇ ਇਫੈਕਟ ਕਰਦੀਆਂ, ਜਿਹਨੂੰ ਮੈਂ ਆਚਰਣ ਦੇ ਰੂਪ ਵਿੱਚ, ਮੈਂ ਗੁਰਬਾਣੀ ਦਾ ਇੱਕ ਸ਼ਬਦ ਮੈਨੂੰ ਯਾਦ ਆਉਂਦਾ ਹੈ, ਗੱਲੀ ਅਸੀਂ ਚੰਗੀਆਂ ਬਿਹਾਰੀ। ਬਈ ਗੱਲਾਂ ਤਾਂ ਅਸੀਂ ਬਹੁਤ ਕਰ ਦਿੰਦੇ ਹਾਂ, ਅੱਛੀਆਂ ਅੱਛੀਆਂ ਵੀ ਸੁਣਾ ਦਿੰਦੇ ਹਾਂ, ਗੁਰਬਾਣੀ ਦੀ ਵੀ ਸੁਣਾ ਦਿੰਦੇ ਹਾਂ, ਮਤਲਬ ਕਹਿਣ ਦਾ ਜਿਹੜਾ ਵਿਵਹਾਰ ਹੈ, ਇੱਕ ਦੂਜੇ ਨਾਲ ਮੇਲ ਮਿਲਾਪ ਹੈ, ਉਹ ਤੋਂ ਅਸੀਂ ਫੇਲ ਹੋ ਜਾਂਦੇ ਹਾਂ। ਤਾਂ ਇਸ ਵਾਸਤੇ ਆਚਰਣ ਬਹੁਤ ਵੱਡੀ ਚੀਜ਼ ਹੈ। ਔਰ ਦੂਸਰੀ ਚੀਜ਼ ਆ ਜਾਂਦੀ ਹੈ ਆਹਾਰ। ਆਹਾਰ ਦੇ ਵਿੱਚ ਜਿਹੜੀ ਚੀਜ਼ ਹੈ, ਉਹਦੇ ਵਿੱਚ ਕਈ ਚੀਜ਼ਾਂ ਆ ਜਾਂਦੀਆਂ ਹਨ। ਅੱਜ ਕੱਲ੍ਹ ਤਾਂ ਤੁਸੀਂ ਦੇਖੋ ਅੰਕੁਰਿਤ ਵੀ ਹੈ, ਗ੍ਰੀਨ ਵੈਜੀਟੇਬਲ ਵੀ ਹੈ, ਗ੍ਰੀਨ ਜੂਸ ਵੀ ਹੈ, ਔਰ ਦੂਸਰੀ ਉਹਦੇ ਵਿੱਚ ਕਿਸੇ ਕਿਸਮ ਦਾ ਵੀ ਤੁਸੀਂ ਜੂਸ ਲੈ ਸਕਦੇ ਹੋ। ਉਹਦੇ ਵਿੱਚ ਐਂਟੀਆਕਸੀਡੈਂਟਸ ਹੁੰਦੇ ਹਨ, ਜਿਹੜੇ ਸਾਨੂੰ ਕੈਂਸਰ ਜੈਸੇ ਬਿਮਾਰੀ ਤੋਂ ਬਚਾਉਂਦੇ ਹਨ। ਤਾਂ ਇਸ ਤਰ੍ਹਾਂ ਹੀ ਇਹਨਾਂ ਚੀਜ਼ਾਂ ਨੂੰ ਸਮਝਦੇ ਹੋਏ ਕਿ ਹਾਈ ਫਾਈਬਰ, ਲੋ ਫੈਟ, ਜਿਹੜੇ ਫਾਈਬਰ ਹੈ ਉਹ ਸਾਡੇ ਅੰਦਰ ਸਾਡੀਆਂ ਆਂਤੜੀਆਂ ਨੂੰ ਐਕਟੀਵੇਟ ਕਰਦੇ ਹਨ ਅਤੇ ਆਂਤੜੀਆਂ ਨੂੰ ਹੈਲਦੀ ਰੱਖਦੇ ਹਨ। ਅਤੇ ਇਸ ਵਾਸਤੇ ਆਹਾਰ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਔਰ ਦੂਸਰੀ ਚੀਜ਼ ਇਹ ਹੈ ਕਿ ਉਸ ਦੇ ਨਾਲ ਅਸੀਂ ਕੱਚੇ ਸਬਜ਼ੀਆਂ ਦਾ ਵੀ ਪ੍ਰਯੋਗ ਕਰੀਏ, ਜਿਸ ਤਰ੍ਹਾਂ ਗਾਜਰ ਹੈ। ਅੱਜ ਸੀਜ਼ਨ ਚੱਲ ਰਿਹਾ ਗਾਜਰ ਦਾ, ਅਤੇ ਗਾਜਰ ਦਾ ਇੱਕ ਗਲਾਸ ਜੂਸ ਦਾ ਲੈ ਲੈਣਾ ਤੁਹਾਡੇ ਹਾਰਟ ਨੂੰ ਵੀ ਹੈਲਦੀ ਰੱਖੇਗਾ, ਤੁਹਾਨੂੰ ਅਨੇਕ ਬਿਮਾਰੀਆਂ ਤੋਂ ਬਚਾਏਗਾ। ਔਰ ਇਹ ਮੈਂ ਸਮਝਿਆ ਹੈ, ਔਰ ਮਹਾਰਾਜ ਦਾ ਵੀ ਇਹ ਵਿਚਾਰ ਹੈ। ਤਾਂ ਅਸੀਂ ਜਿੰਨਾ ਇਸ ਚੀਜ਼ ਦੇ ਉੱਤੇ ਧਿਆਨ ਦੇਵਾਂਗੇ, ਅਸੀਂ ਮੂੰਹ ਦੇ ਸਵਾਦ ਨੂੰ ਨਾ ਦੇਖੀਏ, ਅਸੀਂ ਸਵਾਦ ਦੇਖੀਏ ਕਿ ਆਪਣੇ ਜੀਵਨ ਦੇ ਅੰਦਰ ਦੇ ਅੰਗਾਂ ਦਾ, ਕਿ ਉਹ ਕੀ ਡਿਮਾਂਡ ਕਰਦੇ ਹਨ। ਉਹ ਸਾਡੇ ਡਿਮਾਂਡ ਕਰਦੇ ਹਨ, ਸਾਡਾ ਲੀਵਰ ਡਿਮਾਂਡ ਕਰਦਾ ਹੈ ਨਾਨ ਫੈਟੀ ਹੈ, ਕਿ ਉਸ ਵਿੱਚ ਚਰਬੀ ਨਾ ਹੋਵੇ। ਸਾਡਾ ਹਾਰਟ ਡਿਮਾਂਡ ਕਰਦਾ ਹੈ ਕਿ ਹਾਰਟ ਫਲੋ ਹੁੰਦਾ ਹੈ, ਬਲੱਡ ਫਲੋ ਹੁੰਦਾ ਜਾਵੇ। ਤਾਂ ਉਹਦੇ ਅੰਦਰ ਵੀ ਸਾਨੂੰ ਜਿੰਨਾ ਤੁਸੀਂ ਜੂਸ ਲਓਗੇ ਔਰ ਸਾਰੇ ਦਿਨ ਦੇ ਵਿੱਚ ਆਪਣੀ ਦਿਨਚਰਿਆ ਬਣਾ ਲਓਗੇ, ਇੱਕ ਦਿਨ ਮੈਂ ਤੁਹਾਨੂੰ ਹੋਰ ਡਾਈਟ ਦੇ ਉੱਤੇ ਪ੍ਰਕਾਸ਼ ਵੀ ਪਾਵਾਂਗਾ, ਤੁਸੀਂ ਨੋਟ ਵੀ ਕਰ ਸਕਦੇ ਹੋ। ਤਾਂ ਇਸ ਤਰ੍ਹਾਂ ਹੀ ਇਹ ਦੇਖਿਆ ਕਿ ਸਾਡਾ ਜਿਹੜਾ ਲਾਈਫ ਸਟਾਈਲ ਹੈ ਉਹ ਪੋਜ਼ੀਟਿਵ ਬਣ ਜਾਵੇ। ਔਰ ਪੋਜ਼ੀਟਿਵ ਦੇ ਵਿੱਚ 4 ਗੱਲਾਂ ਆ ਜਾਂਦੀਆਂ ਹਨ, ਔਰ ਚਾਰੋਂ ਪ੍ਰਕਾਰ ਦੀ ਮੈਮਰੀ ਆ ਜਾਂਦੀ ਹੈ। ਮੈਮਰੀ ਨੂੰ ਵੀ ਅਸੀਂ, ਯਾਦਦਾਸ਼ਤ ਨੂੰ ਵੀ ਅਸੀਂ ਰਿਜ਼ਲਟ ਨਾ ਬਣਾਈਏ, ਰਿਜ਼ਲਟ ਮਾਨਾ ਕੋਈ ਇਸ ਤਰ੍ਹਾਂ ਨਾ ਬਣਾਈਏ ਕਿ ਗੁੱਸੇ ਵਾਲੀ ਮੈਮਰੀ ਨਾ ਬਣਾਈਏ। ਔਰ ਸਾਡਾ ਜਿਹੜਾ ਵਿਚਾਰ ਹੈ ਉਹ ਇਸ ਤਰ੍ਹਾਂ ਦਾ ਹੋਵੇ ਕਿ ਐਲੀਵੇਟਡ ਹੋਵੇ, ਕਿਉਂਕਿ ਵਿਚਾਰ ਤਾਂ ਮੈਂ ਤੁਹਾਨੂੰ 10 ਕਿਸਮ ਦੇ ਵੀ ਦੱਸੇ, ਪਰ ਉਹਨਾਂ ਦੇ ਵਿੱਚੋਂ 4 ਕਿਸਮ ਦੇ ਵਿਚਾਰ ਬਹੁਤ ਉੱਚੇ ਸੀ, ਜਿਨ੍ਹਾਂ ਦੇ ਵਿੱਚੋਂ ਐਲੀਵੇਟਡ ਵਿਚਾਰ। ਤੁਸੀਂ ਸਮਝੋਗੇ ਐਲੀਵੇਟਡ ਵਿਚਾਰ ਕੀ ਹੁੰਦਾ। ਇਹ ਅੰਗਰੇਜ਼ੀ ਦਾ ਸ਼ਬਦ ਹੈ ਕਿ ਇਹ ਧਰਤੀ ਤੋਂ ਉੱਠੇ ਹੋਏ ਵਿਚਾਰ, ਇਹ ਦੇਵ ਰੂਪੀ ਧਰਤੀ, ਇਹ 5 ਤੱਤਾਂ ਦੀ ਧਰਤੀ, ਇਹ ਧਰਤੀ ਨੇ ਸਾਨੂੰ ਇਹ ਗਹਿਣਾ ਦਿੱਤਾ ਹੈ, 5 ਤੱਤਾਂ ਦਾ ਸਰੀਰ। ਅਸੀਂ ਇਸ ਤੋਂ ਨਿਆਰੇ ਹੋ ਕਰਕੇ ਆਪਣੇ ਆਪ ਨੂੰ ਆਤਮ ਸਰੂਪ ਦੇ ਵਿੱਚ ਟਿਕਾਈਏ, ਅਸੀਂ ਚੇਤਨਾ ਵਿੱਚ ਟਿਕਾਈਏ, ਔਰ ਫਿਰ ਉਹ ਵਿਚਾਰ ਉਠਾਈਏ। ਉਹ ਵਿਚਾਰਾਂ ਦੇ ਵਿੱਚ ਮੈਂ ਪਿਛਲੇ ਮੈਡੀਟੇਸ਼ਨ ਵਿੱਚ ਵੀ ਦੱਸ ਚੁੱਕਿਆ ਕਿ ਉਹਨਾਂ ਵਿਚਾਰਾਂ ਦੇ ਵਿੱਚ ਡਿਵੈਨਿਟੀ ਹੋ। ਡਿਵੈਨਿਟੀ ਕਹਿੰਦੇ ਆ ਰੂਹਾਨੀਅਤ, ਦਿਵਯ ਪ੍ਰਕਾਸ਼। ਸਾਡੇ ਅੰਦਰ ਜਿਹੜਾ ਦਿਵਯ ਪ੍ਰਕਾਸ਼ ਪੈਦਾ ਹੁੰਦਾ ਹੈ ਉਹ ਪਿੰਕਸ਼ ਕਲਰ ਦਾ ਜਾਂ ਵਾਈਟਿਸ਼ ਕਲਰ ਦਾ ਹੈ, ਉਹ ਸਾਡੇ ਐਲੀਵੇਟਡ ਥਾਟਸ ਤੋਂ ਹੀ ਪੈਦਾ ਹੁੰਦਾ ਹੈ। ਉਹਨਾਂ ਦੇ ਨਾਲ ਸਾਡੇ ਅੰਦਰ ਦੀ ਜਿਹੜੀ ਹੈਲਥ ਹੈ, ਕਿਉਂਕਿ ਸਰੀਰ ਦੇ ਵਿੱਚ ਬਿਮਾਰੀ ਤਾਂ ਆਉਂਦੀ ਹੈ, ਪਹਿਲਾਂ ਸਾਡੇ ਮਨ ਵਿੱਚ ਆਉਂਦੀ ਹੈ, ਫਿਰ ਉਸ ਤੋਂ ਮਗਰੋਂ ਸੂਖਸ਼ਮ ਬਾਡੀ ਦੇ ਵਿੱਚ ਚਲੀ ਜਾਂਦੀ ਹੈ। ਸੂਖਸ਼ਮ ਬਾਡੀ ਦੇ ਵਿੱਚ ਵੀ ਟੈਨਸ਼ਨ ਪੈਦਾ ਹੋ ਜਾਂਦੀ, ਤਣਾਅ, ਜਿਹਨੂੰ ਅਸੀਂ ਸਟ੍ਰੈਸਰਸ ਕਹਿੰਦੇ ਹਾਂ, ਕਿ ਤਣਾਅ ਦੀ ਵਾਈਬ੍ਰੇਸ਼ਨ ਕਿੱਥੇ ਗਈ, ਉਹ ਅੰਦਰ ਦੀ ਬਾਡੀ ਦੇ ਵਿੱਚ ਗਈ। ਉਹ ਬਾਡੀ ਨੂੰ ਅਸੀਂ ਕਦੋਂ ਯੂਜ਼ ਕਰਦੇ ਹਾਂ, ਜਦੋਂ ਅਸੀਂ ਸੌਂ ਜਾਈਏ। ਤਾਂ ਉਸ ਟਾਈਮ ਪਰ ਸਾਡੀ ਬਾਡੀ ਸਿਰਫ ਰੈਸਟ ਕਰਦੀ ਹੈ, ਸਾਡੀ ਅੰਦਰ ਦੀ ਜਿਹੜੀ ਹੈ ਬਾਡੀ
ਉਹ ਸਾਡੀ ਰਾਤ ਨੂੰ ਚੱਕਰ ਕੱਟਦੀ ਹੈ। ਅਨੇਕ ਕਿਸਮ ਦੇ ਨੈਗੇਟਿਵ ਤੇ ਪੋਜ਼ਿਟਿਵ ਵਿਚਾਰ ਹਨ, ਪਰ ਉਸ ਟਾਈਮ ਅਸੀਂ ਆਪਣੇ ਵਿਚਾਰਾਂ ਨੂੰ ਕੋਈ ਸੁਜੈਸ਼ਨ ਨਹੀਂ ਦੇ ਸਕਦੇ, ਨੈਗੇਟਿਵ ਵਿਚਾਰਾਂ ਨੂੰ ਪੋਜ਼ਿਟਿਵ ਨਹੀਂ ਬਣਾ ਸਕਦੇ। ਇਸੇ ਵਾਸਤੇ ਕਈ ਵਾਰੀ ਸਾਨੂੰ ਡਰ ਲੱਗਦਾ ਹੈ। ਔਰ 90% ਬਿਮਾਰੀਆਂ ਦੋਸਤੋ ਉਹ ਡਰ ਤੋਂ ਪੈਦਾ ਹੁੰਦੀ ਹੈ ਕਿ ਸਾਡੇ ਅੰਦਰ ਨਿਰਭੈਤਾ ਨਹੀਂ ਹੈ। ਨਿਰਭੈਤਾ ਕਿੱਥੋਂ ਆਉਂਦੀ ਹੈ? ਇੱਕ ਗੱਲ ਨੂੰ ਆਪਾਂ ਸੋਚੀਏ ਕਿ ਸੱਤਿਅਤਾ ਤੋਂ ਨਿਰਭੈਤਾ ਹੁੰਦੀ ਹੈ। ਔਰ ਕਿਹਾ ਵੀ ਗਿਆ ਹੈ ਸਤਿਅਮੇਵ ਜਯਤੇ, ਕਿ ਸੱਚ ਦੀ ਜਿੱਤ ਹੈ। ਜਦੋਂ ਸੱਚਾਈ ਅੰਦਰ ਆਉਂਦੀ ਹੈ ਤਾਂ ਉਹ ਸਾਨੂੰ ਖੁਸ਼ੀ ਦਿੰਦੀ ਹੈ ਔਰ ਅਸੀਂ ਨਿਰਭੈ ਵੀ ਹੋ ਜਾਂਦੇ ਹਾਂ। ਕਿ ਜਿਹੜਾ ਫੀਅਰ ਹੈ, ਡਰ ਹੈ, ਇਹ ਸਾਨੂੰ ਹਰ ਟਾਈਮ ਬਿਮਾਰੀ ਨੂੰ ਉਤਪੰਨ ਕਰਦਾ ਹੈ, ਹਾਂ ਕੋਈ ਨਾ ਕੋਈ ਬਿਮਾਰੀ ਨੂੰ ਜਨਮ ਦਿੰਦਾ ਰਹਿੰਦਾ ਹੈ। ਤੁਸੀਂ ਦੇਖਿਆ ਹੋਣਾ ਕਿ ਕਈ ਵਾਰੀ ਅਚਾਨਕ ਕੋਈ ਭੈ ਆਉਂਦਾ ਹੈ, ਡਰ ਆਉਂਦਾ ਹੈ, ਤਾਂ ਅਸੀਂ ਉਸੇ ਟਾਈਮ ਦੇ ਵਿੱਚ ਸਾਨੂੰ ਫਲਸ਼ ਜਾਣਾ ਪੈਂਦਾ ਹੈ। ਕਿਉਂ ਜਾਣਾ ਪੈਂਦਾ ਹੈ? ਕਿਉਂਕਿ ਸਾਡੀ ਜਿਹੜੀ ਬਾਡੀ ਹੈ ਉਹਦੇ ਵਿੱਚ ਦੋ ਸਿਸਟਮ ਕੰਮ ਕਰਦੇ ਹਨ, ਇੱਕ ਸਿੰਪੈਥੈਟਿਕ ਸਿਸਟਮ ਔਰ ਇੱਕ ਪੈਰਾਸਿੰਪੈਥੈਟਿਕ ਸਿਸਟਮ। ਔਰ ਇਹ ਸਿਸਟਮ ਦੋਨਾਂ ਦਾ ਨਾਮ ਹੈ ਆਟੋਨੋਮਿਕ ਨਰਵਸ ਸਿਸਟਮ। ਇਹ ਫਿਰ ਐਕਟਿਵ ਹੋ ਜਾਂਦੇ ਹਨ ਜਦੋਂ ਅਸੀਂ ਤਣਾਅ ਦੇ ਵਿੱਚ ਆਉਂਦੇ ਹਾਂ ਜਾਂ ਅਸੀਂ ਕਿਸੇ ਵੀ ਕਾਰਜ ਦੇ ਵਿੱਚ ਅਸੀਂ ਆਪਣੇ ਪੋਜ਼ਿਟਿਵ ਵਿਚਾਰਾਂ ਨੂੰ ਛੱਡ ਕੇ ਨੈਗੇਟਿਵ ਵਿੱਚ ਆਉਂਦੇ ਹਾਂ। ਤਾਂ ਸਾਡੇ ਜਿਹੜੇ ਸਿੰਪੈਥੈਟਿਕ ਸਿਸਟਮ ਹੈ ਉਹ ਸਾਡੇ ਨਾਲ ਸਿੰਪੈਥੀ ਕਰਦਾ ਹੈ, ਉਹ ਸਾਰੀ ਬਾਡੀ ਨੂੰ ਅਲਰਟ ਕਰ ਦਿੰਦਾ। ਤਾਂ ਸਾਰੀ ਬਾਡੀ ਦੇ ਵਿੱਚ ਜਿੰਨੇ ਵੀ ਕੈਮੀਕਲਸ ਹੈ ਉਹ ਪਰਿਵਰਤਨ ਹੋਣੇ ਸ਼ੁਰੂ ਹੋ ਜਾਂਦੇ ਹਨ ਔਰ ਉਹਦੇ ਹਾਰਮੋਨਸ ਵੀ ਪਰਿਵਰਤਨ ਹੋਣੇ ਸ਼ੁਰੂ ਹੋ ਜਾਂਦੇ ਹਨ। ਤਾਂ ਇਹਦਾ ਕਨੈਕਸ਼ਨ ਸਾਡੇ ਬ੍ਰੇਨ ਨਾਲ ਹੈ, ਕਿਉਂਕਿ ਬ੍ਰੇਨ ਦੇ ਵਿੱਚ ਮਾਈਂਡ ਹੈ ਔਰ ਮਾਈਂਡ ਦੇ ਵਿੱਚ ਚੇਤਨਾ ਹੈ। ਅੱਗੇ ਮਾਈਂਡ ਨੂੰ ਕੰਟਰੋਲ ਕਰਨ ਵਾਲੀ, ਆਪਾਂ ਕਹਿ ਵੀ ਦਿੰਦੇ ਹਾਂ ਮੇਰਾ ਸਰੀਰ, ਮੇਰਾ ਮਨ, ਮੇਰੀ ਬੁੱਧੀ, ਮੇਰੀ ਆਦਤ। ਇਹ ਮੇਰੀ ਕਹਿਣ ਵਾਲਾ ਕੌਣ ਹੈ? ਇਹ ਮੇਰੀ ਕਹਿਣ ਵਾਲੀ ਅੰਦਰ ਇੱਕ ਸ਼ਕਤੀ ਹੈ ਜਿਹਨੂੰ ਅੱਜ ਅਸੀਂ ਭੁੱਲ ਚੁੱਕੇ ਹਾਂ। ਆਪਾਂ ਅੰਦਰ ਜਾਈਏ, ਅੰਦਰ ਜਾ ਕਰਕੇ ਵਿਚਾਰ ਕਰੀਏ ਕਿ ਆਪਾਂ ਉਹ ਸ਼ਕਤੀ ਨੂੰ ਸ਼ਕਤੀਸ਼ਾਲੀ ਬਣਾ ਦਈਏ। ਜਦੋਂ ਉਹ ਅੰਦਰ ਦੀ ਆਤਮਾ ਸ਼ਕਤੀਸ਼ਾਲੀ ਬਣ ਜਾਏਗੀ, ਸਾਡੀ ਚੇਤਨਾ ਸ਼ਕਤੀਸ਼ਾਲੀ ਬਣ ਜਾਏਗੀ, ਤਾਂ ਜਿਹੜੇ ਇਹ ਤਿੰਨੇ ਚੀਜ਼ਾਂ ਹੈ, आदत, संस्कार और एटीट्यूड, इमोशन, और दूसरी चीज़ है कि साडा व्यवहार, ये सारिया चीज़ां पॉजिटिव हो जाएगी। क्यों? क्योंकि अंदर रूह के अंदर शक्तियाँ आ जाएगियां, गुण आ जाएंगे, तो असीं इन्हां तों छुटकारा पा सकते हैं। इत्थे ही मैं विराम दिंदा होया फिर भी मैं चालू रखांगा। सत श्री अकाल।